ਜਿਵੇਂ ਮੇਰੇ ਬੱਚੇ ਨੂੰ ਨਜਾਇਜ਼ ਮਾਰਿਆ ਸੋਨਾ ਉਵੇਂ ਹੀ ਇਹਦੀ ਸਜ਼ਾ ਹੋਣੀ ਚਾਹੀਦੀ। ਯਾਨੀ ਕਿ ਆਪਦਾ ਦਫਾ ਕਬਰ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਆਪ ਕਰ ਸਕਦੇ। ਕਿਸੇ ਕੋਈ ਰਾਬਤਾ ਨਹੀਂ ਕੀਤਾ ਪੁਲਿਸ ਨੇ ਕਿ ਮੈਨੂੰ ਕਿਸੇ ਕੋਈ ਪੁੱਛਿਆ ਦੱਸਿਆ ਨਹੀਂ ਦਾ। ਤੂੰ ਮੈਨੂੰ ਗੁੱਸੇ ਦੇ ਨਾਲ ਘੂਰਿਆ ਕਿਉਂ ਏ? ਇਸੇ ਗੱਲ ਦੇ ਉੱਤੇ ਠਾ ਹੋ ਗਈ ਏ। ਲਹਿੰਦੇ ਪੰਜਾਬ ਤੋਂ ਮੈਂ ਤੁਹਾਡਾ ਹੋਸਟ ਮਹਿਰ ਵਕਾਰ ਅਨਵਰ। ਥਾਣਾ ਇਲਾਹਾਬਾਦ ਦੀ ਹਦੂਦ ਪੱਖੋ ਕੀ ਗਾঁव ਦੇ ਵਿੱਚ ਮੁਸਤਫਾ ਨਾਂ ਦਾ ਜਿਹੜਾ ਬੰਦਾ ਏ ਮਕਤੂਲ, ਉਹਨੂੰ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ ਏ। ਇਹ ਸਾਰਾ ਵਾਕਿਆ ਕਿਸ ਤਰ੍ਹਾਂ ਬਣਿਆ ਹੈ, ਆਓ ਮੇਰੇ ਨਾਲ ਵੁਰਸਾ ਦੇ ਨਾਲ ਗੱਲ ਕਰਨੇ ਆ। ਮਕਤੂਲ ਦੀ ਵਾਲਦਾ ਮੇਰੇ ਨਾਲ ਮੌਜੂਦ ਹੈ। ਮਾਂ ਜੀ, ਇਹ ਸਾਰਾ ਮਾਮਲਾ ਕਿਸ ਤਰ੍ਹਾਂ ਬਣਿਆ ਹੈ? ਇਹ ਮਾਮਲਾ ਇਸ ਤਰ੍ਹਾਂ ਬਣਿਆ ਵੀ ਪਹਿਲੇ ਦਿਨ ਤੋਂ ਉਹ ਗਫੂਰ ਨੂੰ ਕੁੱਟਿਆ ਨੇ ਉੱਥੇ ਬਾਹਰ। ਉਹ ਗਰੀਬ ਕਟੀਜ ਕੇ ਕੱਪੜੇ ਫੜਾ ਕੇ ਐਨ ਤੇ ਆ ਗਿਆ। ਉਸ ਤੋਂ ਬਾਅਦ ਦੂਸਰੇ ਦਿਨ ਉਹਨੂੰ ਫੜ ਲਿਆ। ਉਹਦੇ ਮਗਰ ਲਗਾ ਫਿਰਿਆ। ਫਿਰ ਸਾਰਾ ਪਤਾ ਨਹੀਂ ਕਿੱਥੇ ਵੀ ਉਹਨੂੰ ਫੜਿਆ ਸੋ ਤੇ ਕਿੱਥੋਂ ਨਹੀਂ ਸੋ ਫੜਿਆ। ਉਹ ਗਰੀਬ ਉਹ ਤਾਂ ਗਿਆ ਸੀ ਵਿਚਾਰਾ ਖੂਹ 'ਤੇ, ਉੱਥੋਂ ਪਾਣੀ ਲਾ ਕੇ ਆਇਆ। ਇਹਨੇ ਸਾਡੇ ਨਾਲ ਬੁਰਾ ਕੀਤਾ ਹੈ ਮੇਰੇ ਬੱਚੇ ਨਾਲ। ਮੇਰੇ ਬੱਚੇ ਇੰਨੇ ਜੋਗੇ ਨਹੀਂ ਸੀ ਜਿੰਨਾ ਇਹ ਜਿਹੜਾ ਇਹ ਪਕੜਿਆ ਜਾਵੇ ਤੇ ਅੱਲਾ ਦੇ ਹੁਕਮ ਨਾਲ ਅਸੀਂ ਅੱਲਾ 'ਤੇ ਸੱਟੀ। ਇਹ ਅੱਲਾ ਨੇ ਸਾਡੀ ਸੁਣ ਲਈ। ਉਸ ਤੋਂ ਬਾਅਦ ਬਸ ਇਵੇਂ ਹੀ ਇਹ ਕੀਤੀ ਗਿਆ। ਬਸ ਮੈਂ ਇਹਨੂੰ ਇਹ ਕਰ ਲਾਂ, ਇਹਨਾਂ ਨੂੰ ਫਾਲਾਂ ਦਾ, ਇਹਨਾਂ ਨੂੰ ਧੱਕੀ ਦਿਆਂ ਦਾ, ਇਹਨਾਂ ਨੂੰ ਮੈਂ ਮਾਰਾਂ ਦਾ, ਹੀ ਕਰਾਂ ਦਾ। ਮੇਰੇ ਪੁੱਤਰ ਫਿਰ ਵੀ ਸਬਰ ਕੀਤੀ ਗਾ। ਇਹ ਜੂੰ ਇਹ ਚੰਬੜਿਆ, ਇਹਨੇ ਜਾਨ ਨਹੀਂ ਛੱਡੀ। ਇਹ ਘਰ ਇੱਥੇ ਆ ਕੇ ਬੂਹਿਆਂ ਦੇ ਅੱਗੇ ਆ ਕੇ ਉਹ ਲੀੜੇ ਪਾੜ ਕੇ ਆ ਕੇ ਸਿਰ 'ਤੇ ਖੇਹ ਪਾ ਕੇ ਸਾਡੇ ਬੂਹਿਆਂ ਅੱਗੇ ਆ ਕੇ ਮੇਰੇ ਪੁੱਤਰਾਂ ਨੂੰ ਕੁੱਟ ਕੇ ਜਾਂਦਾ ਰਿਹਾ। ਮੇਰੇ ਪੁੱਤਰ ਫਿਰ ਵੀ ਕਟੀਜ ਕੇ ਫਿਰ ਵੀ ਅਸੀਂ ਅੰਦਰ। ਉਸ ਤੋਂ ਬਾਅਦ ਇਹਨੇ ਜੋ ਵੀ ਕੀਤਾ ਇਹਦੇ ਨਾਲ, ਇਹ ਬੰਦਾ ਨਾਲ ਲੈਂਦਾ ਉਹ ਭਣਵਈਆ ਹੈ। ਮੈਂ ਤਾਂ ਨਹੀਂ ਅੱਲਾ ਕਹਤੇ ਉਹ ਵੀ ਕਿਤੇ ਫਰੀਜੇ ਤੇ ਉਹ ਵੀ ਇੱਥੋਂ ਤੱਕ ਪੜੇ ਤੇ ਸਾਡੇ ਉੱਥੇ ਠੰਡ ਪੈ। ਸਰ ਨਾ ਇਹ ਕੁਛ ਦਿਨ ਪਹਿਲੇ ਨਾ ਮੇਰੇ ਭਾਈ ਨੂੰ ਉਹਨੇ ਕਿਹਾ, ਜਿਹੜਾ ਮੁਲਜ਼ਮ ਹੈ ਮੇਨ, ਕਿ ਮੈਨੂੰ ਮੱਕੀ ਦਿਓ ਬਦਮਾਸ਼ੀ ਨਾਲ। ਉਹਨੇ ਕਿਹਾ ਕਿ ਮੈਂ ਨਹੀਂ ਦੇਣੀ ਮਕਈ। ਅਤੇ ਉਸ ਦੇ ਬਾਵਜੂਦ ਉਹ 2 ਦਿਨ ਬਾਅਦ ਮੇਰੇ ਭਾਈ ਦੇ ਗਲ ਪੈ ਜਾਂਦਾ। ਉਹਦੇ ਕੱਪੜੇ ਵਗੈਰਾ ਫਾੜ ਦਿੰਦਾ, ਪਿਸਟਲ ਵੀ ਉਹਦੇ ਕੋਲ ਹੁੰਦਾ। ਅਤੇ ਉਸ ਦੀ ਮੈਂ ਜਿਹੜਾ ਨਾ ਐਪਲੀਕੇਸ਼ਨ ਵੀ ਦਿੱਤੀ ਸੀ ਥਾਣਾ ਇਲਾਹਾਬਾਦ, ਅਤੇ 1 ਤਰੀਕ ਨੂੰ। ਉਸ ਦੇ ਬਾਵਜੂਦ ਮੇਰੇ ਨਾਲ ਕਿਸੇ ਕੋਈ ਰਾਬਤਾ ਨਹੀਂ ਕੀਤਾ ਪੁਲਿਸ ਨੇ ਕਿ ਮੈਨੂੰ ਕਿਸੇ ਕੋਈ ਪੁੱਛਿਆ ਦੱਸਿਆ ਨਹੀਂ ਦਾ ਕਿ ਤੈਨੂੰ ਕੀ ਮਸਲਾ ਜਾਨ ਤੋਂ ਮਾਰ ਦੋ। ਧਮਕੀਆਂ ਦਿੱਤੀਆਂ, ਸਾਰਾ ਕੁਝ, ਹਰ ਚੀਜ਼ ਉਹਨੇ ਦਿੱਤੀ ਕਿ ਮੈਂ ਇਹ ਕਰਦਾ, ਮੈਂ ਉਹ ਕਰਦਾ, ਸਾਰਾ ਹਰ ਚੀਜ਼। ਤੇ ਪੁਲਿਸ ਨੂੰ ਤੁਸੀਂ ਸਾਰੀ ਗੱਲ ਦੱਸੀ? ਇਹ ਸਾਰੀ ਗੱਲ ਜੀ ਦੱਸੀ ਉਹਨਾਂ ਨੂੰ, ਐਪਲੀਕੇਸ਼ਨ ਦਿੱਤੀ ਹੈ, ਪੁਲਿਸ ਨੂੰ ਸਾਰੀ ਗੱਲ ਦੱਸੀ ਹੈ। ਜੋ ਚੀਜ਼ ਜਿਵੇਂ ਵਕੂਆ ਹੋਇਆ, ਜਿਵੇਂ ਮਸਲਾ ਬਣਿਆ, 2 ਦਿਨ ਬਾਅਦ ਜਿਹੜਾ ਨਾ ਮੇਰਾ ਭਾਈ ਦਾ ਜਿਹੜਾ ਉਹਦਾ ਪਿੱਛਾ ਕਰਕੇ ਤੇ ਉਹਨੂੰ ਕਤਲ ਕਰ ਦਿੰਦੇ ਨੇ। ਤੇ ਹੁਣ ਤੱਕ ਪੁਲਿਸ ਨੇ ਕੀ ਕੀਤਾ? ਮੁਲਜ਼ਮਾਨ ਕਿੰਨੇ ਫੜੇ ਗਏ ਨੇ ਤੇ ਕੀ ਅਪੀਲ ਕਰੋਗੇ? ਜੋ ਸਰ ਮੇਨ ਮੁਲਜ਼ਮ ਨੇ ਉਹ ਅਜੇ ਤੱਕ ਨਹੀਂ ਫੜੀ ਜੇ, ਉਹ ਅਜੇ ਤੱਕ ਫਰਾਰ ਨੇ। ਤੇ ਇਹ 5 ਤਰੀਕ ਦਾ ਵਾਕਿਆ, ਉਹ 3 ਤਰੀਕ ਦਾ, ਤੇ ਅਜੇ ਤੱਕ ਉਹ ਮੁਲਜ਼ਮ ਜਿਹੜਾ ਨਾ ਨਹੀਂ ਫੜੀ ਜੇ। ਪੁਲਿਸ ਨੂੰ ਕਿੰਨੇ ਦਫਾ ਕਹਿ ਚੁੱਕੇ ਆ, ਪੁਲਿਸ ਨੂੰ ਉਹ ਕਹਿੰਦੇ ਨੇ ਤੁਸੀਂ ਫੜੋ, ਤੁਸੀਂ ਉਹਨਾਂ ਪਤਾ ਕਰੋ। ਅਸੀਂ ਕਿੱਥੋਂ ਪਤਾ ਕਰੀਏ, ਕਿਸ ਤਰ੍ਹਾਂ ਪਤਾ ਕਰੀਏ? ਇਹ ਪੁਲਿਸ ਦੀ ਜ਼ਿੰਮੇਵਾਰੀ ਹੈ। ਤੇ ਮੈਂ ਅਪੀਲ ਕਰਨਾ DPO ਸਾਹਿਬ ਤੇ ਕਿ DPO ਸਾਹਿਬ ਔਰ IG ਸਾਹਿਬ ਤੇ ਮਰੀਮ ਨਵਾਜ਼ ਸਾਹਿਬ ਵਾਸਤੇ ਕਿ ਮੁਲਜ਼ਮਾਂ को ਪਕੜ ਕੇ ਸਾਨੂੰ ਇਨਸਾਫ ਦਿੱਤਾ ਜਾਵੇ। ਇਸ ਵਕੂਵੇ ਦੇ ਐਨੀ ਸ਼ਾਇਦ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨੇ ਸਾਰਾ ਵਾਕਿਆ ਕਿਸ ਤਰ੍ਹਾਂ ਬਣਿਆ। ਜੀ ਇਹ ਜੁਮੇ ਦਾ ਦਿਨ ਸੀ ਤੇ ਗੁਲਾਮ ਮੁਸਤਫਾ ਨੂੰ ਜੀ ਸਰੇਆਮ ਬੇਦਰਦੀ ਦੇ ਨਾਲ ਕਤਲ ਕੀਤਾ ਗਿਆ। ਸਰੇਆਮ ਚੌਕ ਦੇ ਵਿੱਚ ਮਲਕ ਅਰਸ਼ਦ ਦੇ ਡੇਰੇ ਕੋਲ ਫੈਰ ਮਾਰਦਾ ਹੋਇਆ, ਲਲਕਾਰਦਾ ਹੋਇਆ ਇਹ ਫੈਰ ਮਾਰ ਕੇ ਤੇ ਮਕਈ ਦੀ ਫਸਲ ਦੇ ਵਿੱਚ ਵੜ ਗਿਆ। ਤੇ ਉਸ ਤੋਂ ਬਾਅਦ ਇਸ ਕੇਸ ਦਾ ਮੈਂ ਜੀ ਛਾਤੀ ਹਾਂ ਤੇ ਮੈਨੂੰ ਸਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਫੋਨ ਤੇ ਵੀ ਰਿਕਾਰਡਿੰਗ ਪਈ ਹੈ। ਮੈਂ ਰਾਤੀ SHO ਅੱਗੇ ਅਪੀਲ ਕੀਤੀ ਹੈ, SHO ਨੂੰ ਦਰਖਾਸਤ ਵੀ ਦਿੱਤੀ ਹੈ। ਉਸ ਤੋਂ ਬਾਅਦ ਮੈਂ DSP ਚੂਨੀਆਂ ਪੇਸ਼ ਹੋਇਆ, ਉਹਨੂੰ ਮੈਂ ਕਿਹਾ ਜੀ ਮੈਨੂੰ ਸਰੇਆਮ ਧਮਕੀਆਂ ਦੇ ਰਹੀਆਂ। DSP ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਆਪਦਾ ਦਫਾ ਤੁਸੀਂ ਖੁਦ ਕਰ ਲੈ ਸਕਦੇ ਹੋ, ਅਸੀਂ ਪੁਲਿਸ ਨੂੰ ਕਿੱਥੇ ਭਜਾਈਏ ਤੇ ਕੀ ਕਰ। ਯਾਨੀ ਕਿ ਆਪਦਾ ਦਫਾ ਕਬਰ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਆਪ ਕਰ ਸਕਦੇ ਜੀ। ਇਹ ਪੁਲਿਸ ਵਾਸਤੇ ਇੱਕ ਸਵਾਲੀਆ ਨਿਸ਼ਾਨ ਹੈਗਾ ਜੀ। ਇਹ ਕੱਚੇ ਦਾ ਇਲਾਕਾ ਬਣਿਆ ਹੋਇਆ, ਦਿਨ ਦਿਹਾੜੇ ਕਤਲ ਕੀਤੇ। ਮਰੀਮ ਨਵਾਜ਼ ਅੱਗੇ ਅਪੀਲ, ਪ੍ਰਾਈਮ ਮਿਨਿਸਟਰ ਅੱਗੇ ਇਹ ਅਪੀਲ ਕਰਨੇ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਮੁਲਜ਼ਮ ਨੂੰ ਕਿਨ ਕੈਫਰੇ ਕਰਦਾਰ ਤੱਕ ਪਹੁੰਚਾਇਆ ਜਾਵੇ।